ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਅੱਜ ਅਸੀਂ ਪੰਜਾਬੀ ਗ੍ਰਾਮਰ ਦਾ ਲੈਕਚਰ 6ਵਾਂ ਦੇਖਾਂਗੇ। ਠੀਕ ਹੈ, ਆਪਣਾ ਨਾਮ ਹੋ ਚੁੱਕਾ ਸੀ। ਠੀਕ ਹੈ, ਨਾਮ ਬਾਰੇ ਆਪਾਂ ਪੜ੍ਹ ਚੁੱਕੇ ਸੀ। ਠੀਕ ਹੈ, ਨਾਮ ਬਾਰੇ ਅਸੀਂ ਪੜ੍ਹ ਚੁੱਕੇ ਸੀ। ਹੁਣ ਆਪਾਂ ਪੜਨਾਂਵ ਬਾਰੇ ਪੜਾਂਗੇ। ਠੀਕ ਹੈ, ਪੜਨਾਂਵ ਦੇ ਨਾਲ ਨਾਲ ਉਵੇਂ ਮੈਂ ਕਰਾਂਗਾ, ਨਾਲ ਇੱਕ ਤੁਹਾਨੂੰ ਐਡੀਸ਼ਨਲ ਇਨਫੋਰਮੇਸ਼ਨ ਵੀ ਦੇਵਾਂਗਾ ਪੰਜਾਬੀ ਗ੍ਰਾਮਰ ਬਾਰੇ। ਇੱਕ ਹੋਰ मेरा टॉपिक भी नाल चलेगा। ठीक है, आप एक पासों ग्रामर भी पूरी करांगे, नाल उसके बारे होर भी जानकार होंदे जावांगे। इहदे नाल तुहानूं की होएगा, तुहाडी परसनैलिटी डिवेलपमेंट होएगी, तुहानूं हरेक चीज़ पता होएगी। ठीक है, कोई एक चीज़ जाण नाल तुहाडा सारा फोकस नहीं हो जाता, मतलब तुहाडी डिवेलपमेंट नहीं हो सकती जे तुसीं तुहानूं नाल होर भी कुछ पता होना जरूरी है। मेरी रिस्पोंसिबिलिटी बनती है कि जे मैनूं पता है तो तुहानूं भी पता लगना चाहिए है। ठीक है, ਤਾਂ ਆਪਾਂ ਅੱਜ ਇੱਕ ਪੜਨਾਂਵ ਪੜਾਂਗੇ। ਠੀਕ ਹੈ, ਪੜਨਾਂਵ ਦੇ ਨਾਲ ਨਾਲ ਆਪਾਂ ਇੱਕ ਟੌਪਿਕ ਪੜਾਂਗੇ, ਉਹ ਤੁਹਾਨੂੰ ਮੈਂ ਦੱਸਾਂਗਾ ਹੁਣ। ਠੀਕ ਹੈ, ਪੜਨਾਂਵ ਪੜ੍ਹਨ ਤੋਂ ਬਾਅਦ ਪਲੱਸ ਆਪਾਂ MCQs ਦੇਖਾਂਗੇ। ਠੀਕ ਹੈ, MCQs ਦੀ ਪ੍ਰੈਕਟਿਸ ਕਰਾਂਗੇ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ-ਬੁੱਕਸ ਪ੍ਰੋਵਾਈਡ ਕੀਤੇ ਜਾ ਰਹੇ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentortest.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ कर सकते हैं। ठीक है फ्रेंड्स, ਹੁਣ ਆਪਾਂ ਪੜਨਾਂਵ ਦੇਖਦੇ ਹਾਂ। ਪੜਨਾਂਵ ਕਿਹਨੂੰ ਕਹਿੰਦੇ ਆ? ਉਹ ਸ਼ਬਦ ਜੋ ਕਿਸੇ ਨਾਮ ਦੀ ਥਾਂ 'ਤੇ ਵਰਤਿਆ ਜਾਵੇ। ਠੀਕ ਹੈ, ਜੋ ਆਪਾਂ ਕਿਸੇ ਆਮ ਬੰਦੇ ਦੇ ਨਾਮ ਤੋਂ ਦੀ ਥਾਂ 'ਤੇ ਅਸੀਂ ਵਰਤ ਲਈਏ। ਠੀਕ ਹੈ, ਉਸਨੂੰ ਆਪਾਂ ਕੀ ਆਖਾਂਗੇ? ਪੜਨਾਂਵ ਆਖਾਂਗੇ। ਠੀਕ ਹੈ, ਜਿਵੇਂ ਉਹ, ਮੈਂ, ਤੂੰ, ਮੇਰਾ, ਮੇਰੇ ਆਦਿ। ਠੀਕ ਹੈ, ਇਹ ਕਿੰਨੇ ਪ੍ਰਕਾਰ ਦੇ ਹਨ? ਇਹ 6 ਪ੍ਰਕਾਰ ਦੇ ਹਨ। ਕਿੰਨੇ ਪ੍ਰਕਾਰ ਦੇ ਹਨ? 6 प्रकार दे हैं। ठीक है, पुरखवाचक पड़नाव है। ठीक है, निजवाचक पड़नाव है। ठीक है फ्रेंड्स, संबंधवाचक पड़नाव है, प्रश्नवाचक पड़नाव है, निश्चयवाचक पड़नाव है तो अनिश्चयवाचक पड़नाव है। ठीक है, अज असीं इन्हां बारे सारे बारे डिस्कस करांगे। ठीक है, हुण पुरखवाचक पड़नाव की हुंदे हैं? जिहड़े पड़नाव केवल पुरखां दे नाम दी थां ते वरते जाण उन्हां नूं आपां पुरखवाचक पड़नाव आखांगे। ਕਿਹੜੇ ਪੜਨਾਂਵ? ਜਿਹੜੇ ਕੇਵਲ ਪੁਰਖਾਂ ਦੇ ਨਾਮ ਦੀ ਥਾਂ 'ਤੇ ਵਰਤੇ ਜਾਣ। ਠੀਕ ਹੈ, ਪੁਰਖਾਂ ਦੇ ਨਾਮ ਦੀ, ਜਿਵੇਂ ਕਿ ਅਸੀਂ, ਤੁਸੀਂ, ਮੈਂ, ਉਹ ਆਦਿ। ਠੀਕ ਹੈ, ਕਿਵੇਂ? ਅਸੀਂ, ਤੁਸੀਂ, ਮੈਂ, ਉਹ ਆਦਿ। ਠੀਕ ਹੈ, ਇਸ ਨੂੰ ਆਪਾਂ ਹੋਰ ਵੀ ਦੱਸ ਸਕਦੇ ਹਾਂ ਕਿ ਪੁਰਖ ਮਤਲਬ ਗੱਲਬਾਤ ਕਰਨ ਦੇ ਆਧਾਰ ਉੱਤੇ ਪੁਰਖ 3 ਪ੍ਰਕਾਰ ਦੇ ਹੁੰਦੇ ਹਨ। ਜਿਵੇਂ ਕਿ ਪੁਰਖਵਾਚਕ ਪੜਨਾਂਵ ਵਿੱਚ ਆਪਾਂ 3 ਪ੍ਰਕਾਰ ਦੇ ਕਿਵੇਂ ਹੁੰਦੇ ਹਨ? ਉੱਤਮ ਪੁਰਖ, ਮੱਧਮ ਪੁਰਖ, ਅੰਨ ਪੁਰਖ। ठीक है, गल करन वाले नूं उत्तम पुरख मन्निया जाता है। ठीक है, गल करन वाले नूं की मन्निया जाता है? उत्तम पुरख मन्निया जाता है। जिवें कि मैं, असी, सानू, मेरे आदि उत्तम पुरख हैं। ठीक है, मध्यम पुरख का की मतलब होया? जिस पुरख नाल असी गल कीती जा सके, गल कीती जावे। ठीक है, उसनूं आपां मध्यम पुरख, जिहदे नाल आपां गल कर रहे हैं, तू, तुसी आदि मध्यम पुरख। ठीक है, तो अन्न पुरख कौन हो जाएगा? जिस पुरख बारे गल की जा रही है। ठीक है, फर्क पता लग रहा है ना? ठीक है, उत्तम पुरख गल करन वाले नूं, मध्यम पुरख जिस पुरख की गल की जाए। ठीक है, अन्न पुरख जिस पुरख बारे गल की जाए, जिस पुरख बारे गल की जाए। फर्क है तिन्नां च। ठीक है, तो जिवें कि अन्न पुरख भी कहा जा सकता है या उन्होंने तीजा पुरख भी कहा जा सकता है। जिवें ओ, ओना, अनमती है। ठीक है, दूसरे विश्वास वाले आदि। ठीक है, ਹੁਣ ਆਪਾਂ ਦੂਜਾ ਦੇਖਾਂਗੇ ਨਿਜਵਾਚਕ ਪੜਨਾਂਵ। ਨਿਜਵਾਚਕ ਕਿਹਨੂੰ ਕਹਿੰਦੇ ਨੇ? ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ 'ਤੇ ਵਰਤਿਆ ਜਾਵੇ। ਠੀਕ ਹੈ, ਜਿਵੇਂ ਕਿ ਜਾਣ ਵਾਲਾ ਪੜਨਾਂਵ ਨੂੰ ਆਪਾਂ ਨਿਜਵਾਚਕ ਕਹਿੰਦੇ ਹਾਂ। ਨਿਜਵਾਚਕ ਮਤਲਬ ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ ਵਰਤਿਆ ਜਾਣ ਵਾਲਾ ਪੜਨਾਂਵ ਜਿਹੜਾ ਗੱਲ ਕਰਨ ਵਾਲੇ ਨੂੰ ਵਿਸ਼ੇਸ਼ਤਾ ਪ੍ਰਦਾਨ ਕਰੇ। ਜਿਵੇਂ ਕਿ ਮੈਂ ਆਪ ਉਸ ਨੂੰ ਛੱਡ ਆਵਾਂਗਾ। ਮੈਂ ਆਪ ਉਸ ਨੂੰ ਛੱਡ ਆਵਾਂਗਾ। ਇਸ ਵਿੱਚ ਨਿਜਵਾਚਕ ਕੀ ਹੋ ਗਿਆ? ਆਪ ਹੋ ਗਿਆ। ਆਪ ਕੀ ਹੈ? ਨਿਜਵਾਚਕ ਪੜਨਾਂਵ ਹੈ। ਠੀਕ ਹੈ ਨਾ? ਆਪਾਂ ਨਿਜਵਾਚਕ ਕੀ ਕਹਾਣਾ ਚਾਹ ਰਹੇ ਹਾਂ ਕਿ ਗੱਲਬਾਤ ਜਦੋਂ ਆਪਾਂ ਕਰ ਰਹੇ ਹਾਂ, ਉਸ ਗੱਲਬਾਤ ਕਰਨ ਵਾਲੇ ਦੀ ਥਾਂ ਵਰਤਿਆ ਜਾਣ ਵਾਲਾ ਪੜਨਾਂਵ। ਠੀਕ ਹੈ, ਉਸਨੂੰ ਆਪਾਂ ਨਿਜਵਾਚਕ ਕਹਾਂਗੇ। ਜਿਵੇਂ ਮੈਂ ਆਪ ਉਸ ਨੂੰ ਛੱਡ ਆਵਾਂਗਾ। ਆਪ ਕੀ ਹੋ ਜਾਏਗਾ? ਨਿਜਵਾਚਕ ਪੜਨਾਂਵ ਹੋ ਜਾਏਗਾ। ਠੀਕ ਹੈ, ਅੱਗੇ ਆਪਾਂ ਸੰਬੰਧਵਾਚਕ ਦੀ ਆਪਾਂ ਗੱਲ ਕਰਾਂਗੇ ਕਿ ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ ਨਾਲ ਯੋਜਕ ਵਾਂਗ ਇੱਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ। ਯੋਜਕ ਵਾਂਗ ਇੱਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ, ਉਸ ਨੂੰ ਆਪਾਂ ਸੰਬੰਧਵਾਚਕ ਕਹਿੰਦੇ ਹਨ। ਜਿਵੇਂ ਕਿ
ਜਿਹੜਾ ਸਰੀਰਕ ਕੰਮ ਕਰੇਗਾ ਉਸ ਨੂੰ ਹੀ ਭੁੱਖ ਵੀ ਚੰਗੀ ਲੱਗੇਗੀ। ਠੀਕ ਹੈ, ਇਸ ਦਾ ਕੀ ਕਹਿਣ ਦਾ ਮਤਲਬ ਹੁੰਦਾ ਹੈ ਕਿ ਜੋ ਮਿਹਨਤ ਕਰੇਗਾ, ਠੀਕ ਹੈ, ਫਿਜ਼ੀਕਲ ਵਰਕ ਕਰੇਗਾ, ਉਸ ਨੂੰ ਹੀ ਭੁੱਖ ਲੱਗੇਗੀ। ਠੀਕ ਹੈ, ਤਾਂ ਇਸ ਵਿੱਚ ਜਿਹੜਾ ਹੈ ਉਹ ਸੰਬੰਧਵਾਚਕ ਪੜ੍ਹਨਾਂਵ ਹੋ ਗਿਆ। ਜਿਹੜਾ ਕੀ ਹੋ ਗਿਆ? ਸੰਬੰਧਵਾਚਕ। ਜਿਹੜਾ ਕੀ ਕਹਿਣਾ ਚਾਹ ਰਿਹਾ ਹੈ ਕਿ ਜਿਹੜੇ ਸ਼ਬਦ ਪੜ੍ਹਨਾਂਵ ਹੋਣ ਦੇ ਨਾਲ ਨਾਲ ਯੋਜਕ ਵਾਂਗ ਇੱਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ, ਜੋੜਨ ਦਾ ਕੰਮ ਕਰ ਰਿਹਾ ਹੈ। ਠੀਕ ਹੈ, ਜਿਹੜਾ ਸਰੀਰਕ ਕੰਮ ਕਰੇਗਾ ਉਸ ਨੂੰ ਹੀ ਭੁੱਖ ਲੱਗੇਗੀ। ਠੀਕ ਹੈ, ਹੁਣ ਆਪਾਂ ਅਗਲਾ ਦੇਖਦੇ ਹਾਂ, ਪ੍ਰਸ਼ਨਵਾਚਕ ਪੜ੍ਹਨਾਂਵ। ਪ੍ਰਸ਼ਨਵਾਚਕ ਪੜ੍ਹਨਾਂਵ ਜਿਹੜੇ ਸ਼ਬਦ ਪੜ੍ਹਨਾਂਵ ਹੋਣ ਦੇ ਨਾਲ ਨਾਲ ਪ੍ਰਸ਼ਨ ਲਈ ਵਰਤੇ ਜਾਣ, ਜਿਹੜੇ ਸ਼ਬਦ ਪੜ੍ਹਨਾਂਵ ਹੋਣ ਦੇ ਨਾਲ ਨਾਲ ਪ੍ਰਸ਼ਨ ਲਈ ਵੀ ਵਰਤੇ ਜਾਣ, ਉਸ ਨੂੰ ਆਪਾਂ ਪ੍ਰਸ਼ਨਵਾਚਕ ਆਖਦੇ ਹਾਂ। ਕਿਵੇਂ? ਜਿਵੇਂ ਕੌਣ ਰੌਲਾ ਪਾ ਰਿਹਾ ਹੈ, ਠੀਕ ਹੈ, ਜਾਂ ਕੌਣ ਚਾਹੁੰਦਾ ਹੈ ਕਿ ਮੈਂ ਕਿਸ ਦੇ ਅਧੀਨ ਹੋਵਾਂ, ਠੀਕ ਹੈ, ਜਾਂ ਇਹ ਜੁੱਤੀ ਕਿਸ ਦੀ ਹੈ। ਇਹਨਾਂ ਵਾਕਾਂ ਵਿੱਚ ਕੌਣ, ਕਿਸ ਦੀ, ਇਹ ਸਾਰੇ ਕੀ ਹਨ? ਪ੍ਰਸ਼ਨਵਾਚਕ ਹਨ। ਪ੍ਰਸ਼ਨਵਾਚਕ ਕੀ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਸ਼ਬਦ ਪੜ੍ਹਨਾਂਵ ਹੋਣ ਦੇ ਨਾਲ ਨਾਲ ਪ੍ਰਸ਼ਨ ਲਈ ਵੀ ਵਰਤੇ ਜਾਣ, ਠੀਕ ਹੈ, ਉਹਨਾਂ ਨੂੰ ਆਪਾਂ ਪ੍ਰਸ਼ਨਵਾਚਕ ਕਹਾਂਗੇ। ਕੌਣ, ਕਿਸ ਦੀ, ਇਹ ਕੀ ਹੋ ਜਾਣਗੇ? ਪ੍ਰਸ਼ਨਵਾਚਕ ਪੜ੍ਹਨਾਂਵ ਹੋ ਜਾਣਗੇ। ਅੱਗੇ ਨਿਸ਼ਚੈਵਾਚਕ ਪੜ੍ਹਨਾਂਵ, ਜਿਹੜੇ ਪੜ੍ਹਨਾਂਵ ਦੂਰ ਜਾਂ ਨੇੜੇ ਦੀ ਚੀਜ਼ਾਂ ਵੱਲ ਸੰਕੇਤ ਕਰਨ, ਜਿਹੜੇ ਪੜ੍ਹਨਾਂਵ ਦੂਰ ਜਾਂ ਨੇੜੇ ਦੀ ਚੀਜ਼ਾਂ ਲਈ ਸੰਕੇਤ ਕਰਨ, ਉਹਨਾਂ ਚੀਜ਼ਾਂ ਦੀ ਥਾਂ ਪੜ੍ਹਨਾਂਵ ਦੇ ਰੂਪ ਵਰਤੇ ਜਾਂਦੇ ਹਨ, ਉਹਨਾਂ ਨੂੰ ਆਪਾਂ ਨਿਸ਼ਚੈਵਾਚਕ ਪੜ੍ਹਨਾਂਵ ਆਖਦੇ ਹਨ। ਜਿਵੇਂ ਕਿ ਉਹ ਡਿੱਗ ਪਿਆ, ਠੀਕ ਹੈ, ਇਹ ਸੜਕ ਬਹੁਤ ਚੰਗੀ ਹੈ। ਇਹਨਾਂ ਵਾਕਾਂ ਵਿੱਚ ਉਹ ਤੇ ਇਹ ਨਿਸ਼ਚੈਵਾਚਕ ਹੈ। ਇਹ ਕੀ ਹੈ? ਨਿਸ਼ਚੈਵਾਚਕ ਹੈ। ਹੁਣ ਆਪਾਂ ਲਾਸਟ ਦੇਖਾਂਗੇ ਆਪਾਂ, ਠੀਕ ਹੈ, ਇਹ ਕੀ ਹੈ? ਅਨਿਸ਼ਚੈਵਾਚਕ ਪੜ੍ਹਨਾਂਵ। ਉਹ ਪੜ੍ਹਨਾਂਵ ਜਿਹੜਾ ਕਿਸੇ ਵਸਤੂ ਦਾ ਅਨੁਮਾਨ ਤਾਂ ਪ੍ਰਗਟ ਕਰੇ, ਕਿਸੇ ਵਸਤੂ ਦਾ ਅਨਿਸ਼ਚੈਵਾਚਕ, ਨਿਸ਼ਚਿਤ ਨਹੀਂ ਹੈ, ਠੀਕ ਹੈ, ਤਾਂ ਉਸ ਵਿੱਚ ਸਾਫ਼ ਪਤਾ ਲੱਗ ਰਿਹਾ ਇਸ ਤੋਂ, ਤਾਂ ਉਸ ਵਿੱਚ ਇਹ ਕਹਿਣਾ ਚਾਹ ਰਿਹਾ ਹੈ ਕਿ ਕਿਸੇ ਵਸਤੂ ਦਾ ਅਨੁਮਾਨ ਤਾਂ ਪ੍ਰਗਟ ਕਰੇ ਪਰੰਤੂ ਉਸਦੀ ਗਿਣਤੀ ਨਾ ਦੱਸ ਸਕੇ, ਉਸ ਨੂੰ ਆਪਾਂ ਕੀ ਕਹਿ ਦਾਂਗੇ? ਅਨਿਸ਼ਚੈਵਾਚਕ ਪੜ੍ਹਨਾਂਵ ਕਹਿ ਦਾਂਗੇ। ਠੀਕ ਹੈ, ਕਈ ਲੋਕ ਬੈਂਕ ਵੱਲ ਜਾ ਰਹੇ ਹੈ। ਕਈ ਲੋਕ ਮਤਲਬ ਸਾਨੂੰ ਗਿਣਤੀ ਨਹੀਂ ਪਤਾ, ਠੀਕ ਹੈ, ਇਹਦਾ ਓਪੋਜ਼ਿਟ ਹੀ ਹੋ ਗਿਆ। ਠੀਕ ਹੈ, ਨਿਸ਼ਚੈਵਾਚਕ ਦਾ ਓਪੋਜ਼ਿਟ ਕੀ ਹੈ? ਅਨਿਸ਼ਚੈਵਾਚਕ ਹੈ। ਠੀਕ ਹੈ, ਕਈ ਲੋਕ ਬੈਂਕ ਵੱਲ ਜਾ ਰਹੇ ਸਨ ਅਤੇ ਕਈ ਆ ਰਹੇ ਸਨ। ਠੀਕ ਹੈ, ਸਭ ਜਾਣਦੇ ਹੈ ਕਿ ਪੜ੍ਹਨਾ ਚੰਗਾ ਕੰਮ ਹੈ। ਠੀਕ ਹੈ, ਸਭ ਜਾਣਦੇ ਹੈ, ਸਭ 'ਚ ਸਾਰੇ ਆ ਗਏ। ਇਸ ਦੁਨੀਆ ਵਿੱਚ ਅਨੇਕ ਅਨਪੜ੍ਹ ਹਨ, ਅਨੇਕ ਪਤਾ ਨਹੀਂ ਕਿੰਨੇ ਅਨਪੜ੍ਹ ਹਨ, ਆਪਾਂ ਨੇ ਕਹਿਤਾ ਕਿ ਹੈਗੇ ਹਨ। ਠੀਕ ਹੈ, ਇਹਨਾਂ ਵਾਕਾਂ ਵਿੱਚ ਜਿਹੜਾ ਕਈ ਸ਼ਬਦ ਯੂਜ਼ ਹੋ ਰਿਹਾ, ਕਈ, ਸਭ ਅਤੇ ਅਨੇਕ ਅਨਿਸ਼ਚੈਵਾਚਕ ਹਨ। ਠੀਕ ਹੈ, ਉੱਥੇ ਜਦੋਂ ਤੁਹਾਨੂੰ MCQs ਵਿੱਚ ਡੈਫੀਨੇਸ਼ਨ ਨਹੀਂ ਪੁੱਛਣੀ, ਉੱਥੇ ਤੁਹਾਨੂੰ ਕਿਸੇ ਨੇ, ਉੱਥੇ ਤੁਹਾਨੂੰ ਇਹ ਜਿਹੜੀ ਐਗਜ਼ਾਮਪਲ ਪੁੱਛਣਗੇ ਨਾ, ਆਈ, ਕਈ, ਸਭ, ਠੀਕ ਹੈ, ਅਤੇ ਅਨੇਕ, ਦੱਸੋ ਇਹ ਕਿਹੜਾ ਪ੍ਰਕਾਰ ਹੈ, ਕਿਸ ਦਾ ਪ੍ਰਕਾਰ ਦਾ ਹੈ। ਠੀਕ ਹੈ, ਇਹ ਹੈਗਾ ਨਿਸ਼ਚੈਵਾਚਕ ਪੜ੍ਹਨਾਂਵ ਦਾ। ਇਵੇਂ ਦੱਸਣਾ ਆਪਾਂ ਨੇ ਐਗਜ਼ਾਮਪਲਾਂ ਨੂੰ ਦੇਖਣਾ, ਲੋਜਿਕ ਦੇਖਣਾ ਆਪਾਂ ਨੇ। ਠੀਕ ਹੈ ਫਰੈਂਡਸ, ਆਪਾਂ ਨੇ ਅੱਜ ਪੜ੍ਹਨਾਂਵ ਦਾ ਕੀ ਦੇਖਿਆ? 6 ਪ੍ਰਕਾਰ ਦੇ ਹੁੰਦੇ ਹਨ। ਠੀਕ ਹੈ, ਪੁਰਖਵਾਚਕ ਪੜ੍ਹਨਾਂਵ ਦੇਖਿਆ ਆਪਾਂ ਨੇ, ਪੁਰਖਵਾਚਕ ਅੱਗੋਂ ਉੱਤਮ ਪੁਰਖ, ਮੱਧਮ ਪੁਰਖ, ਅਨਮ ਪੁਰਖ। ਠੀਕ ਹੈ, ਨਿੱਜਵਾਚਕ ਪੜ੍ਹਨਾਂਵ ਬਾਰੇ ਦੇਖਿਆ ਆਪਾਂ ਨੇ। ਠੀਕ ਹੈ, ਇਸ ਵਿੱਚ ਆਪ ਨਿੱਜਵਾਚਕ ਪੜ੍ਹਨਾਂਵ ਹੁੰਦਾ ਸੀ। ਠੀਕ ਹੈ, ਸੰਬੰਧਕ ਬਾਰੇ ਜੋ ਕਿ ਇੱਕ ਵਾਕ ਨੂੰ ਦੂਜੇ ਵਾਕ ਨਾਲ ਜੋੜਦਾ ਸੀ। ਪ੍ਰਸ਼ਨਵਾਚਕ ਬਾਰੇ, ਠੀਕ ਹੈ, ਜਿਹੜੇ ਸ਼ਬਦ ਪੜ੍ਹਨਾਂਵ ਹੋਣ ਦੇ ਨਾਲ ਨਾਲ ਪ੍ਰਸ਼ਨ ਲਈ ਵੀ ਵਰਤੇ ਜਾਣ। ਠੀਕ ਹੈ, ਜਿਵੇਂ ਕਿ ਕੌਣ, ਕਿਸ ਦੀ। ਠੀਕ ਹੈ, ਨਿਸ਼ਚੈਵਾਚਕ ਪੜ੍ਹਨਾਂਵ, ਨਿਸ਼ਚੈਵਾਚਕ ਜਿਹੜੇ ਸ਼ਬਦ ਦੂਰ ਜਾਂ ਨੇੜੇ ਦੀ ਚੀਜ਼ਾਂ ਵੱਲ ਸੰਕੇਤ ਕਰਨ। ਠੀਕ ਹੈ, ਪਤਾ ਹੋਣਾ ਕਿ ਦੂਰ, ਜਿਵੇਂ ਕਿ ਆ ਦੇਖੋ ਡਿੱਗ ਪਿਆ। ਠੀਕ ਹੈ, ਉਹ ਡਿੱਗ ਪਿਆ, ਇੱਕ ਬੰਦੇ ਦੀ ਗੱਲ ਹੋ ਰਹੀ ਹੈ, ਇਹ ਸੜਕ ਬਹੁਤ ਚੰਗੀ ਹੈ। ਠੀਕ ਹੈ, ਤਾਂ ਉਹ ਇਹ ਨਿਸ਼ਚੈਵਾਚਕ ਪੜ੍ਹਨਾਂਵ ਹਨ। ਠੀਕ ਹੈ ਫਰੈਂਡਸ, ਹੁਣ ਆਪਾਂ ਜੋ ਤੁਹਾਨੂੰ ਮੈਂ ਹਰੇਕ ਲੈਕਚਰ ਹੋਊਗਾ ਮੈਂ ਸਟਾਰਟ ਕੀਤਾ ਨਾਲ ਕਿ ਤੁਹਾਨੂੰ ਇੱਕ ਹੋਰ ਮੈਨੇ ਨੌਲੇਜ ਦੇਣੀ ਹੈ ਇਸ ਪੰਜਾਬੀ ਗ੍ਰਾਮਰ ਬਾਰੇ, ਤੁਹਾਨੂੰ ਹੋਰ ਇਸ ਦੀ ਮੈਂ ਵਿਆਖਿਆ ਦੇਣਾ ਚਾਹੁੰਦਾ। ਠੀਕ ਹੈ, ਹੁਣ ਆਪਾਂ ਉਸ ਦੀ ਗੱਲ ਕਰਾਂਗੇ। ਠੀਕ ਹੈ ਫਰੈਂਡਸ, ਹੁਣ ਆਪਾਂ ਪੰਜਾਬੀ ਭਾਸ਼ਾ ਵਿੱਚ ਜਿਹੜਾ ਤੁਹਾਨੂੰ ਮੈਂ ਕਰਾਉਣਾ ਚਾਹੁੰਦਾ ਸੀ ਕਿ ਇੱਕ ਅਲੱਗ ਨਾਲ ਟੌਪਿਕ, ਠੀਕ ਹੈ, ਜਿਹੜਾ ਮੈਂ ਹਰੇਕ ਲੈਕਚਰ ਦੇ ਵਿੱਚ ਨਾਲ ਕਰਾਉਣਾ ਚਾਹੁੰਦਾ ਸੀ, ਉਸ ਬਾਰੇ ਗੱਲ ਕਰਾਂਗੇ। ਠੀਕ ਹੈ, ਜਿਵੇਂ ਪੰਜਾਬੀ ਭਾਸ਼ਾ ਵਿੱਚ ਸ਼ਬਦ ਰਚਨਾ ਦੀ ਮੁੱਖ ਵਿਧੀਆਂ। ਠੀਕ ਹੈ, ਸ਼ਬਦ ਦੀ ਰਚਨਾ ਦੀ ਕਿਹੜੀ ਵਿਧੀਆਂ ਹੁੰਦੀਆਂ, ਸ਼ਬਦ ਦੀ ਰਚਨਾ ਕਿਵੇਂ ਹੁੰਦੀ ਹੈ, ਉਸ ਦੀ ਮੁੱਖ ਵਿਧੀਆਂ ਬਾਰੇ ਅਸੀਂ ਅੱਜ ਗੱਲ ਕਰਾਂਗੇ। ਠੀਕ ਹੈ, ਇਸ ਵਿੱਚ ਤੁਸੀਂ ਹਮੇਸ਼ਾ ਕਲੈਰਿਟੀ ਰੱਖਣਾ, ਤੁਹਾਨੂੰ ਮੈਂ ਜਿਹੜਾ ਗ੍ਰਾਮਰ ਕਰਾ ਰਿਹਾ ਉਸ ਵਿੱਚ ਨਾਂਵ ਪੜ੍ਹਨਾਂਵ ਉਹ ਮੇਰੇ ਚੱਲਦੇ ਜਾ ਰਹੇ ਹੈ। ਠੀਕ ਹੈ, ਗ੍ਰਾਮਰ ਨਾਲ ਚੱਲਦੀ ਜਾ ਰਹੀ ਹੈ, ਪਲੱਸ ਤੁਹਾਨੂੰ ਮੈਂ ਐਡੀਸ਼ਨਲ ਇਨਫੋਰਮੇਸ਼ਨ ਵੀ ਦੇ ਰਿਹਾ। ਠੀਕ ਹੈ, ਇਹ ਤੁਹਾਡੀ ਪਰਸਨੈਲਿਟੀ ਨੂੰ ਡਿਵੈਲਪਮੈਂਟ ਕਰਨ ਲਈ ਦੇ ਰਿਹਾ ਮੈਂ। ਠੀਕ ਹੈ, ਪਰਸਨੈਲਿਟੀ ਡਿਵੈਲਪਮੈਂਟ ਦਾ ਕੀ ਮਤਲਬ ਹੁੰਦਾ ਹੈ ਕਿ ਸਪੋਜ਼ ਕਰੋ ਕਿ
मतलब कि ਤੁਹਾਨੂੰ ਹਰੇਕ ਚੀਜ਼ ਦਾ ਕੁਝ ਨੌਲੇਜ ਸਾਰਿਆਂ ਦੀ ਹੋਣੀ ਚਾਹੀਦੀ ਹੈ। ਠੀਕ ਹੈ, ਕੋਈ ਇੱਕ ਚੀਜ਼ ਦੇ ਗਿਆਨ ਨਾਲ ਤੁਸੀਂ ਕਦੇ ਵੀ ਅੱਗੇ ਨਹੀਂ ਵੱਧ ਸਕਦੇ। ਠੀਕ ਹੈ, ਵੱਧ ਸਕਦੇ ਹੋ, ਕੁਝ ਸਪੈਸ਼ਲਾਈਜੇਸ਼ਨ ਹੋ ਜਾਂਦੀ ਹੈ, ਪਰ ਤੁਹਾਨੂੰ ਕੁਝ ਸਾਰਿਆਂ ਬਾਰੇ ਪਤਾ ਹੋਣਾ ਜ਼ਰੂਰੀ ਹੈ। ਠੀਕ ਹੈ ਨਾ, ਜੇ ਤੁਸੀਂ ਸਟੂਡੈਂਟ ਹੋ ਤਾਂ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਠੀਕ ਹੈ, ਜੇ ਮੈਨੂੰ ਪਤਾ ਨਾ ਕਿ ਮੈਨੂੰ ਕਿਸੇ ਟੀਚਰ ਨੇ ਦੱਸਿਆ ਸੀ ਤਾਂ ਮੈਂ ਅੱਗੋਂ ਤੁਹਾਨੂੰ ਦੱਸ ਰਿਹਾ। ਠੀਕ ਹੈ, ਜਿਵੇਂ ਆਪਾਂ ਅੱਜ ਗੱਲ ਕਰਾਂਗੇ ਪੰਜਾਬੀ ਭਾਸ਼ਾ ਵਿੱਚ ਸ਼ਬਦ ਰਚਨਾ ਦੀ ਮੁੱਖ ਵਿਧੀਆਂ, ਕਿ ਸ਼ਬਦ ਰਚਨਾ ਦੀ ਮੁੱਖ ਵਿਧੀਆਂ ਕਿਹੜੀਆਂ ਹਨ। ਠੀਕ ਹੈ, ਕਿਸੇ ਵੀ ਭਾਸ਼ਾ ਨੂੰ ਸਮਾਂ ਬੀਤਣ ਦੇ ਨਾਲ ਪੜ੍ਹੋ। ਕਿਸੇ ਵੀ ਭਾਸ਼ਾ ਨੂੰ ਸਮਾਂ ਬੀਤਣ ਦੇ ਨਾਲ ਨਵੇਂ ਸ਼ਬਦਾਂ ਦੀ ਲੋੜ ਮਹਿਸੂਸ ਹੁੰਦੀ ਹੈ। ਟਾਈਮ ਦੇ ਅੱਗੇ ਹੋਣ ਨਾਲ ਜ਼ਮਾਨਾ ਬਦਲਦਾ। ਠੀਕ ਹੈ, ਨਵੇਂ ਸ਼ਬਦਾਂ ਦੀ ਲੋੜ ਤਾਂ ਹੁੰਦੀ ਹੈ। ਨਵੇਂ ਸ਼ਬਦਾਂ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਸ਼ਬਦ ਰਚਨਾ ਆਖਦੇ ਹਨ। ਜਦੋਂ ਆਪਾਂ ਕਿਸੇ ਨਵੇਂ ਸ਼ਬਦਾਂ ਦਾ ਨਿਰਮਾਣ ਕਰਦੇ ਹਾਂ ਉਸ ਨੂੰ ਆਪਾਂ ਕੀ ਆਖਦੇ ਹਾਂ? ਸ਼ਬਦ ਰਚਨਾ ਆਖਦੇ ਹਾਂ। ਉਸ ਸ਼ਬਦ ਰਚਨਾ ਦੀ ਅੱਜ ਅਸੀਂ ਉਸਦੀ ਮੁੱਖ ਵਿਧੀਆਂ ਬਾਰੇ ਗੱਲ ਕਰਾਂਗੇ। ਠੀਕ ਹੈ, ਪੰਜਾਬੀ ਭਾਸ਼ਾ ਵਿੱਚ ਇਹਨਾਂ ਨਵੇਂ ਸ਼ਬਦਾਂ ਨੂੰ ਵੱਖ-ਵੱਖ ਵਿਧੀਆਂ ਦੁਆਰਾ ਰਚਿਆ ਜਾਂਦਾ ਹੈ। ਵੱਖ-ਵੱਖ ਵਿਧੀਆਂ ਦੁਆਰਾ, ਜਿਵੇਂ ਆਪਾਂ ਨੇ ਨਿਰਮਾਣ ਕਰਨਾ ਨਾ, ਉਹਦੇ ਲਈ ਵੱਖ-ਵੱਖ ਵਿਧੀਆਂ ਦੁਆਰਾ ਉਹਦਾ ਨਿਰਮਾਣ ਕੀਤਾ ਜਾਂਦਾ, ਉਸ ਨੂੰ ਰਚਿਆ ਜਾਂਦਾ ਹੈ। ਇਹ ਵਿਧੀਆਂ ਕਿਹੜੀਆਂ ਹਨ ਉਸ ਬਾਰੇ ਅਸੀਂ ਅੱਜ ਗੱਲ ਕਰਾਂਗੇ। ਸਮਾਸੀਕਰਨ ਪਹਿਲਾ ਹੈਗਾ, ਸਮਾਸੀਕਰਨ ਵਿਧੀ। ਇਸ 'ਚ ਕੀ ਕਹਿਣਾ ਚਾਹ ਰਿਹਾ ਹੈ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਮੁਕਤ ਭਾਵਅੰਸ਼, ਮੁਕਤ ਭਾਵਅੰਸ਼ ਦਾ ਕੀ ਮਤਲਬ ਹੋਇਆ? ਉਹ ਭਾਵਅੰਸ਼ ਜਿਹੜੇ ਸੁਤੰਤਰ ਰੂਪ ਵਿੱਚ ਕਿਸੇ ਅਰਥ ਨੂੰ ਪ੍ਰਗਟਾਉਣ ਦੀ ਸਮਰੱਥਾ ਰੱਖਦੇ ਹੋਣ। ਕਹਿਣ ਦਾ ਭਾਵ ਕਿ ਉਹ ਭਾਵਅੰਸ਼ ਜਿਹੜੇ ਸੁਤੰਤਰ ਰੂਪ ਵਿੱਚ ਕਿਸੇ ਅਰਥ ਨੂੰ ਪ੍ਰਗਟਾਉਣ ਦੀ ਸਮਰੱਥਾ ਰੱਖਦੇ ਹੋਣ, ਆਪਣੇ ਆਪ ਵਿੱਚ ਉਸਦੀ ਅਰਥ ਨਿਕਲਦਾ ਹੋਵੇ, ਉਹਨਾਂ ਭਾਵਅੰਸ਼ਾਂ ਨੂੰ ਕੀ ਕਹਾਂਗੇ? ਮੁਕਤ ਜਾਂ ਸੁਤੰਤਰ ਭਾਵਅੰਸ਼ ਦਾ ਨਾਮ ਦਿੱਤਾ ਜਾਏਗਾ। ਠੀਕ ਹੈ, ਜਿਵੇਂ ਠੀਕ ਹੈ, ਉਰੇ ਆਪਾਂ ਨੇ ਗੱਲ ਕਰ ਰਿਹਾ ਸੀ ਨਾ ਤੁਹਾਨੂੰ ਮੈਂ, ਦੋ ਜਾਂ ਦੋ ਤੋਂ ਵੱਧ ਮੁਕਤ ਭਾਵਅੰਸ਼ ਆਪਸ ਵਿੱਚ ਜੁੜ ਕੇ ਨਵੇਂ ਸ਼ਬਦ ਦੀ ਰਚਨਾ ਕਰਨ, ਉਸ ਪ੍ਰਕਿਰਿਆ ਨੂੰ ਮੈਂ ਕੀ ਕਹਿਣਾ? ਸਮਾਸੀਕਰਨ ਕਹਿਣਾ। ਠੀਕ ਹੈ, ਜਿਵੇਂ ਕਿ ਦੇਸ਼ ਦਾ ਆਪਣੇ ਆਪ 'ਚ ਮੀਨਿੰਗ ਹੈਗਾ, ਭਗਤ ਦਾ ਵੀ ਆਪਣੇ ਆਪ 'ਚ ਮੀਨਿੰਗ ਹੈਗਾ। ਜੋ ਇਹਨਾਂ ਨੂੰ ਮੈਂ ਦੋਨਾਂ ਨੂੰ ਜੋੜਦਾ ਤਾਂ ਮੇਰਾ ਕੀ ਬਣ ਗਿਆ? ਦੇਸ਼ ਭਗਤ ਬਣ ਗਿਆ। ਇਹ ਕਿਹੜੀ ਵਿਧੀ ਹੈ? ਸਮਾਸੀਕਰਨ। ਸਮਾਸੀਕਰਨ 'ਚ ਕੀ ਕਹਿ ਰਹੇ? ਇੱਕ ਮੁਕਤ ਭਾਵਅੰਸ਼ ਤੇ ਦੂਜਾ ਮੁਕਤ ਭਾਵਅੰਸ਼, ਜੇ ਇਹਨਾਂ ਨੂੰ ਮੈਂ ਜੋੜ ਦੇਵਾਂ ਤਾਂ ਉਸ ਨੂੰ ਮੈਂ ਕੀ ਕਹਿ ਦਿੰਦਾ ਕਿ ਮੇਰਾ ਨਵੇਂ ਸ਼ਬਦ ਦਾ ਨਿਰਮਾਣ ਹੋ ਗਿਆ। ਠੀਕ ਹੈ, ਤਾਂ ਦੇਸ਼ ਭਗਤ ਬਣ ਗਿਆ। ਠੀਕ ਹੈ ਫਰੈਂਡਸ, ਇਹ ਇੱਕ ਵਿਧੀ ਹੈ ਜਿਸ ਵਿੱਚ ਅਸੀਂ ਦੋ ਤੋਂ ਵੱਧ ਜਿਹੜੇ ਮੁਕਤ ਭਾਵਅੰਸ਼ ਆ ਉਹਨਾਂ ਨੂੰ ਜੋੜ ਕੇ ਇੱਕ ਨਵੇਂ ਸ਼ਬਦ ਦਾ ਨਿਰਮਾਣ ਕਰਦੇ ਹਾਂ। ਠੀਕ ਹੈ, ਜਿਵੇਂ ਹੋਰ ਐਗਜ਼ਾਮਪਲਾਂ ਵੀ ਹੈ। ਠੀਕ ਹੈ, ਪੱਥਰ ਪਤਾ ਸਾਨੂੰ, ਇੱਕ ਆਪਣੇ ਆਪ 'ਚ ਉਹਦਾ ਅਰਥ ਹੈ ਨਾ ਪੱਥਰ ਦਾ। ਦਿਲ ਦਾ ਵੀ ਪਤਾ ਹੈ, ਅਤੇ ਇਹਨਾਂ ਦੋਨਾਂ ਨੂੰ ਜੋੜ ਕੇ ਕੀ ਹੁੰਦਾ? ਪੱਥਰ ਦਿਲ। ਠੀਕ ਹੈ, ਸ਼ੀਸ਼ ਪਤਾ ਹੈ, ਮਹਿਲ ਪਤਾ ਹੈ। ਸ਼ੀਸ਼ ਵੀ ਪਤਾ ਅਤੇ ਮਹਿਲ ਵੀ ਪਤਾ, ਜੇ ਦੋਨਾਂ ਨੂੰ ਜੋੜ ਦਈਏ ਸ਼ੀਸ਼ ਮਹਿਲ। ਠੀਕ ਹੈ ਫਰੈਂਡਸ, ਹੁਣ ਦੋ ਰੁਕਤੀ ਵਿਧੀ ਦੱਸਣੀ ਆਪਾਂ ਨੇ। ਕਿਸੇ ਇੱਕ ਸ਼ਬਦ ਦੇ ਦੋਹਰੇ ਉਚਾਰਨ ਤੋਂ ਬਣੇ ਸ਼ਬਦ ਨੂੰ ਦੋ ਰੁਕਤੀ ਸ਼ਬਦ ਦਾ ਨਾਂ ਦਿੱਤਾ ਜਾਂਦਾ ਹੈ। ਠੀਕ ਹੈ, ਕਿਸੇ ਇੱਕ ਸ਼ਬਦ ਦੇ ਦੋਹਰੇ ਉਚਾਰਨ ਤੋਂ ਬਣੇ ਸ਼ਬਦ, ਦੋਹਰੇ ਉਚਾਰਨ ਕਿਵੇਂ ਆ ਜਦੋਂ ਆਪਾਂ ਐਗਜ਼ਾਮਪਲ ਕਰਾਂਗੇ ਪਤਾ ਲੱਗ ਜਾਏਗਾ। ਠੀਕ ਹੈ, ਨਾਂ ਦਿੱਤਾ ਜਾਂਦਾ। ਇਹ ਦੋ ਰੁੱਤ ਸ਼ਬਦ ਅੱਗੋਂ ਦੋ ਪ੍ਰਕਾਰ ਦੇ ਹੁੰਦੇ ਹਨ। ਠੀਕ ਹੈ, ਅੱਗੋਂ ਕਿਵੇਂ ਦੋ ਪ੍ਰਕਾਰ ਦੇ ਹੁੰਦੀ ਹੈ ਨਾ? ਰੂਪ ਦੋ ਰੁਕਤੀ। ਠੀਕ ਹੈ, ਜਿਵੇਂ ਕਿ ਪਹਿਲੇ ਆਪਾਂ ਇਹਦੇ ਬਾਰੇ ਪੜ੍ਹ ਲੈਂਦੇ ਹਾਂ। ਅਜਿਹੇ ਸ਼ਬਦ ਵਿੱਚ ਦੋ ਇੱਕੋ ਜਿਹੇ ਰੂਪ ਵਾਲੇ ਸ਼ਬਦ ਮਿਲ ਕੇ ਨਵੇਂ ਸ਼ਬਦ ਘੜਦੇ ਹਨ। ਠੀਕ ਹੈ, ਇੱਕੋ ਜਿਹਾ ਰੂਪ ਹੁੰਦਾ, ਉਸ ਨਾਲ ਆਪਾਂ ਇੱਕ ਨਵੇਂ ਸ਼ਬਦ ਘੜਦੇ ਹਾਂ। ਜੇਕਰ ਉਸਦੇ ਨਵੇਂ ਬਣੇ ਸ਼ਬਦ ਦੇ ਦੋ ਅੰਗ ਇਕਸਾਰ ਹੋਣ ਤਾਂ ਉਸ ਨੂੰ ਪੂਰਨ ਰੂਪ ਦੋ ਰਕਤੀ ਨਾਂ ਦਿੱਤਾ ਜਾਂਦਾ ਹੈ। ਦੋਨੋਂ ਕਿਵੇਂ ਪੂਰਨਸਾਰ ਹੋਣਗੇ ਉਹਦੇ ਬਾਰੇ ਐਗਜ਼ਾਮਪਲ ਦਿੱਤੀ ਹੋਈ ਹੈ। ਜਿਵੇਂ ਪਿੰਡ ਕਹਿੰਦੇ ਨਾ, ਪਿੰਡ ਵਿੱਚ ਖੁਸ਼ਹਾਲੀ ਹੈ, ਘਰ ਵਿੱਚ ਕੋਈ ਬਿਮਾਰੀ ਹੈ, ਸ਼ਹਿਰ ਵਿੱਚ ਠੀਕ ਹੈ ਕੋਈ ਕੁਛ ਵੀ ਕਹਿ ਲਓ ਤੁਸੀਂ, ਆਪਾਂ ਇਵੇਂ ਕਹਿੰਦੇ ਹਾਂ ਨਾ ਨਾਲ। ਠੀਕ ਹੈ, ਇਹਨੂੰ ਕੀ ਕਹਿੰਦੇ? ਦੋ ਰੁਕਤੀ। ਠੀਕ ਹੈ, ਇਹਨੂੰ ਕੀ ਕਹਿੰਦੇ ਆਪਾਂ? ਦੋ ਰੁਕਤੀ ਰੂਪ, ਜਿਨ੍ਹਾਂ ਦੇ ਦੋਨੋਂ ਦਾ ਅਰਥ ਸੇਮ ਹੈ। ਠੀਕ ਹੈ, ਉਹਨਾਂ ਨੂੰ ਮੈਂ ਜੋੜ ਕੇ ਬਣਾ ਰਿਹਾ। ਪਿੰਡ, ਘਰ, ਸ਼ਹਿਰ, ਨਾਲ। ਪਰੰਤੂ ਅੱਗੇ ਕਹਿਣਾ ਚਾਹ ਰਿਹਾ, ਪਰੰਤੂ ਜਦੋਂ ਇਹਨਾਂ ਦੋਵਾਂ ਸ਼ਬਦਾਂ ਵਿੱਚੋਂ ਇੱਕ ਸ਼ਬਦ ਸਾਰਥਕ ਹੋਵੇ ਤੇ ਦੂਜਾ ਸ਼ਬਦ ਨਿਰਾਰਥਕ ਹੋਵੇ ਤਾਂ ਉਸ ਨੂੰ ਅਪੂਰਨ ਰੂਪ ਦੋ ਰੁਕਤੀ ਆਖਿਆ ਜਾਏਗਾ। ਪੂਰਨ ਰੂਪ ਤਾਂ ਪਤਾ ਲੱਗ ਗਿਆ ਕਿ ਦੋਨੋਂ ਹੀ ਸਾਰਥਕ ਹੈ। ਠੀਕ ਹੈ, ਮਗਰ ਅਪੂਰਨ ਰੂਪ ਕਿਹੜਾ ਹੋਏਗਾ? ਕਿ ਜਿਹੜਾ ਇੱਕ ਸਾਰਥਕ ਹੋਏਗਾ ਤੇ ਦੂਜਾ ਕੀ ਹੋਏਗਾ? ਨਿਰਾਰਥਕ ਹੋਏਗਾ। ਜਿਵੇਂ ਰੋਟੀ ਰਾਟੀ, ਠੀਕ ਹੈ, ਪਾਣੀ ਧਾਣੀ, ਚਾਹ ਚੂ। ਠੀਕ ਹੈ, ਚਾਹ ਦਾ ਹੀ ਅੱਗੋਂ ਮੈਨੇ ਉਹਨੂੰ ਲੈਂਗੁਏਜ ਸਪਲਿਟ ਕਰਕੇ ਮੈਨੇ ਉਹਨੂੰ ਚੂ ਕਹਿ ਤਾ, ਚਾਹ ਚੂ। ਆਪਾਂ ਕਹਿ ਦਿੰਦੇ ਨਾ ਚਾਹ ਚੂ ਜਾਂ ਚਾਹ ਚੂ ਬਣਾ ਲੈ,
ठीक है ना। ठीक है फ्रेंड्स, इसनूं कहने आपां अपूर्ण दोहरुक्ति। हुण सैकेंड टाइप की है अपनी दोहरुक्ति दी, अर्थ दोहरुक्ति। ठीक है, जिवें जिस शब्द के दोवों अंगां दा रूप ਵੱਖੋ ਵੱਖਰਾ ਹੋਵੇ परंतु उन्हां दा अर्थ ਇੱਕੋ ही होवे। जिस शब्द के ਦੋਵੇਂ अंगां दा रूप ਵੱਖਰਾ ਹੋਵੇ परंतु अर्थ ਇੱਕੋ ही दसदे होण, अजिहे नवें शब्दां नूं आपां अर्थ दोहरुक्ति शब्द का नाम दिता जाता है। जिवें कि अलग अलग है, जिवें आ कहना चाह रहे ना दो अंगां का रूप वखरा है, अंग किवें दोस्त मित्र अलग अलग है ना, शब्द का मतलब अलग अलग बन रहे हैं, दोस्त मित्र मगर अर्थ इक्को ही बयान कर रहे हैं। दोस्त का मतलब भी मित्र है, मित्र का मतलब भी दोस्त है। ठीक है, लाल सुर्ख, ठीक है, यारी दोस्ती, यारी का मतलब भी दोस्ती है, दोस्ती का मतलब भी यारी है। ठीक है, उसनों मैं की कहांगा अर्थ दोहरुक्ति, उसनों मैं की कहांगा अर्थ दोहरुक्ति। ये विधि है जिस नाल मैं शब्द की निर्माण कर रहा। ठीक है, एक शब्द तो मैं जिवें चाह तो चू नाल बन रहा है। ठीक है, ठीक है, दोस्त तो मित्र बन रहा, मित्र तो दोस्त बन रहा है, लाल सुर्ख बन रहा है, सुर्ख तो लाल बन रहा है, यारी तो दोस्ती बन रही है, दोस्ती तो यारी बन रही है। ठीक है फ्रेंड्स, उस तो बाद तीजी विधि। ठीक है, वो दो विधियां देख लिया, दूजे दियां अपने दो विधियां देख लिया ना, ये दो रुक्ति दियां अपने पहली विधि देख ली। ठीक है, तो अपने दूजी विधि देख ली। हुण आपां तीजी विधि देखांगे, तीजी अपनी विधि देखांगे, तीजा अपना टाइप देखांगे आपां। ठीक है, तीजा पार्ट देखांगे। जदों दो या दो तो वध शब्दां दे शब्दां दे संक्षिप्त रूपां नूं जोड़ के एक नवे शब्द की रचना की जाए तो इस विधि नूं संक्षेपीकरण विधि आखदे हन। जिवें कि यूरोप प्लस एशिया यूरेशिया। ठीक है, ब्यास प्लस रावी बारी दुआब। ठीक है, ब्यास प्लस सतलुज बिस्त दुआब। भारतीय जनता पार्टी भाजपा। समझे, इसनूं की कहांगा संक्षेपीकरण। जदों दो या दो तो वध शब्दां दे संक्षेपित रूपां नूं जोड़ के एक नवे शब्द की घटना नवे शब्द की रचना होंदी है। आपां शब्द रचना बारे गल कर रहे हैं, उसनूं ही समझ रहे हैं, उहदियां अलग अलग विधि हैं, उसनूं समझण की कोशिश कर रहे हैं। ठीक है, जिवें यूरोप प्लस एशिया यूरेशिया हो गया, ब्यास प्लस रावी बारी दुआब हो गया। ठीक है फ्रेंड्स, हुण अगला टाइप है व्युक्तिकरण। इस विधि द्वारा अगेतरां अते पिछेतरां की सहायता नाल धातु तो नवे शब्द की सिरजना होंदी है। अगेतर पिछेतर तुहानूं पता ना, बस उहदे नाल भी आपां नवे शब्द की रचना कर सकते हैं। जिवें अकल दे अगे अकल तो अगे बे ला के अपने अकल का मीनिंग ही बदलता, उन्होंने की कहता बेअकल। ठीक है, दवा विच खाना ला के तो की कहता दवाखाना। दवा एक दवा होगी, दवाखाना मतलब जिथे दवाइयां मिलती हैं। ठीक है, समझे, उन्होंने की कहांगे व्युक्तिकरण। इस विधि द्वारा अगेतरां पिछेतरां की सहायता नाल आपां किसी नवे शब्द की सिरजना कर रहे हैं। ठीक है, कला अकल का मतलब पता सी। ठीक है, बेअकल का बिल्कुल अलग मीनिंग हो गया। ठीक है, उस तो बाद पंजवां देखांगे अपनी विधि रूपांतरीकरण या विभक्तिकरण। इस विधि द्वारा किसी नवे शब्द की रचना तो नहीं होंदी। इस विच पहले आप जिहड़े 5-4 पढ़ के आए हैं उस विच नवे शब्द की रचना हो रही सी, इस विच कोई नवे शब्द की रचना नहीं होंदी, परंतु उस शब्द के रूप में तब्दीली आ जाती है, लिया के उसनों व्याकरणिक श्रेणी की सूचना जरूरी दी जाती है। जिवें कि मुंडा मुंडे। ठीक है, एक सी बहु हो गया, बहुवचन हो गया। ठीक है, हिरन हिरनी। ठीक है, ठीक है फ्रेंड्स, हुण आपां अगे देखांगे शब्द की रचना अपने विधियां देख लियां। ठीक है, हुण आपां एक थोड़ियां चीज़ां होर देखांगे इस विच शब्द की रचना दियां, जिस विच तुहानूं होर चीज़ समझ आएगी, तुहानूं नॉलेज होएगी। ठीक है, पंजाबी भाषा विच शब्द रचना के मुख सोमे दसने हैं। पंजाबी भाषा विच शब्द रचना की विधियां देख लिया, हुण आपां सोमे देखांगे। जिवें कि पंजाब की धरती एक अजिही धरती है जिस उत्ते वख-वख सभ्यां उत्ते वख और स्पैलिंग मिस्टेक है, सभ्यां उत्ते वख-वख लोकां नूं राज कीता है। ठीक है, जिस कारण वख-वख लोकां दीयां वखरियां वखरियां भाषावां ने पंजाबी भाषा उत्ते बहुत डूंगा प्रभाव पाया। जिवें अलग अलग हरेक इत्थे अलग अलग बंदियां ने राज किया, साडे राजा महाराजा ने, तां हरेक इत्थे लोकां ने राज किया, या भावें जिवें मर्जी ला लो,
ਤਾਂ ਭਾਸ਼ਾਵਾਂ 'ਚ ਫਰਕ ਪਿਆ ਆਪਣੇ, ਤਾਂ ਪੰਜਾਬੀ ਭਾਸ਼ਾ ਉੱਤੇ ਬਹੁਤ ਡੂੰਘਾ ਪ੍ਰਭਾਵ ਪਿਆ। ਕਿਵੇਂ ਪਿਆ ਉਹ ਆਪਾਂ ਦੇਖਾਂਗੇ। ਜਿਵੇਂ ਕਿ ਇਹਨਾਂ ਵੱਖਾਂ ਵੱਖਾਂ ਭਾਸ਼ਾਵਾਂ ਦੇ ਸ਼ਬਦੀ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦੇ ਵਿੱਚ ਸ਼ਬਦ ਵਿੱਚ ਰਚ ਮਿਚ ਗਏ ਹਨ। ਪੰਜਾਬੀ ਭਾਸ਼ਾ ਵਿਚਲੀ ਸ਼ਬਦਾਵਲੀ ਦੇ ਮੁੱਖ ਸੋਮੇ ਹੇਠ ਲਿਖੇ ਹਨ। ਠੀਕ ਹੈ, ਜਿਵੇਂ ਤਤਸਮ ਸ਼ਬਦ, ਜਿਵੇਂ ਕਿ ਜਦੋਂ ਕਿਸੇ ਸਰੋਤ ਭਾਸ਼ਾ ਤੋਂ ਗ੍ਰਹਿਣ ਕੀਤੇ ਹੋਏ ਸ਼ਬਦਾਂ ਨੂੰ ਉਹਨਾਂ ਦੇ ਅਸਲੀ ਰੂਪ ਦੇ ਵਿੱਚ ਹੀ ਸਵੀਕਾਰ ਕਰ ਲਿਆ ਜਾਵੇ। ਜਿਵੇਂ ਸਾਡੇ ਪੰਜਾਬੀ ਭਾਸ਼ਾ ਵਿੱਚ ਕੁਝ ਐਸੇ ਸ਼ਬਦ ਹਨ ਜੋ ਕਿ ਸਾਡੇ ਪੰਜਾਬੀ ਭਾਸ਼ਾ ਦੇ ਨਹੀਂ ਹਨ, ਮਗਰ ਅਸੀਂ ਉਹਨਾਂ ਨੂੰ ਸਵੀਕਾਰ ਕੀਤਾ, ਉਸ ਨੂੰ ਕੀ ਕਹਾਂਗਾ? ਤਤਸਮ ਸ਼ਬਦ। ਉਹ ਕਿਹੜੇ ਸ਼ਬਦ ਹਨ? ਤਤਸਮ ਸ਼ਬਦ। ਪਹਿਲੇ ਆਪਾਂ ਕੀ ਪੜ੍ਹ ਕੇ ਆਏ ਹਾਂ? ਸ਼ਬਦ ਦੀ ਰਚਨਾ ਪੜ੍ਹ ਕੇ ਆਏ। ਸ਼ਬਦ ਦੀ ਰਚਨਾ ਵਿੱਚ ਆਪਾਂ ਵਿਧੀਆਂ ਪੜ੍ਹੀਆਂ। ਵਿਧੀਆਂ ਨਾਲ ਅਸੀਂ ਇੱਕ ਸ਼ਬਦ ਤੋਂ ਉਸਦੀ ਹੋਰ ਰਚਨਾ ਕਰਨ ਦਾ ਅਰਥ ਪਤਾ ਲੱਗਿਆ ਸਾਨੂੰ, ਉਸਦੇ ਬਾਰੇ ਅਸੀਂ ਸਿੱਖਿਆ। ਹੁਣ ਅਸੀਂ ਕੀ ਸਿੱਖ ਰਹੇ ਹਾਂ? ਉਹਦੇ ਸੋਮੇ ਦੇਖ ਰਹੇ ਹਾਂ ਕਿ ਜਿਹੜੀਆਂ ਸ਼ਬਦ ਬਾਹਰੋਂ ਆਉਂਦੇ ਨੇ, ਜਿਨ੍ਹਾਂ ਨੂੰ ਅਸੀਂ ਪੰਜਾਬੀ ਭਾਸ਼ਾ ਸਵੀਕਾਰ ਕਰ ਲੈਂਦੀ ਹੈ, ਉਸ ਨੂੰ ਆਪਾਂ ਤਤਸਮ ਸ਼ਬਦ ਆਖਦੇ ਹਾਂ। ਠੀਕ ਹੈ, ਤਾਂ ਅਜਿਹੇ ਸ਼ਬਦਾਂ ਨੂੰ ਅੱਗੇ ਪੜ੍ਹਦੇ ਹਾਂ ਆਪਾਂ। ਅਜਿਹੇ ਸ਼ਬਦਾਂ ਨੂੰ ਆਪਣੀ ਭਾਸ਼ਾ ਦੀ ਧੁਨੀ ਵਿਉਂਤ ਅਨੁਸਾਰ ਨਹੀਂ ਢਾਲਿਆ ਜਾਂਦਾ ਅਤੇ ਉਹਨਾਂ ਨੂੰ ਮੌਲਿਕ ਰੂਪ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ। ਅਤੇ ਪੰਜਾਬੀ ਭਾਸ਼ਾ ਵਿੱਚ ਮੁੱਖਤਾ ਸੰਸਕ੍ਰਿਤ, ਅੰਗਰੇਜ਼ੀ ਅਤੇ ਫਾਰਸੀ ਤਿੰਨਾਂ ਹੀ ਭਾਸ਼ਾਵਾਂ ਵਿੱਚੋਂ ਤਤਸਮ ਸ਼ਬਦ ਬਹੁ ਮਾਤਰਾ ਵਿੱਚ ਗ੍ਰਹਿਣ ਕੀਤੇ ਗਏ ਹਨ। ਉਹ ਤੁਹਾਨੂੰ ਐਗਜ਼ਾਮਪਲਾਂ ਤੋਂ ਸਮਝ ਆ ਜਾਏਗਾ। ਜਿਵੇਂ ਕਿ ਸੰਸਕ੍ਰਿਤ ਦੀ ਸ਼ਬਦਾਵਲੀ ਜਿਵੇਂ ਹੈ ਸਾਗਰ, ਮਹਾਸਾਗਰ, ਇਹ ਪੰਜਾਬੀ 'ਚ ਤੁਸੀਂ ਸੁਣਦੇ ਹੋ ਨਾ, ਦਾਨ, ਉੱਤਮ, ਉਪਕਾਰ। ਠੀਕ ਹੈ, ਇਹ ਸਾਰੇ ਕੈਸੇ ਸ਼ਬਦ ਹਨ? ਤਤਸਮ ਸ਼ਬਦ ਹਨ। ਤਤਸਮ ਦਾ ਭਾਵ ਕਿਸੇ ਦੂਸਰੀ ਭਾਸ਼ਾਵਾਂ ਤੋਂ ਮੈਨੇ ਗ੍ਰਹਿਣ ਕਰ ਲਿਆ, ਆਪਣੀ ਭਾਸ਼ਾ ਵਿੱਚ ਅਸੈਪਟ ਕਰ ਲਿਆ। ਠੀਕ ਹੈ, ਫਾਰਸੀ ਵਿੱਚ ਆਪਾਂ ਕਿਹੜੇ ਸ਼ਬਦ ਲਿੱਤੇ हैं ਫਾਰਸੀ ਦੇ? ਦਵਾਖਾਨਾ, ਦੌਲਤ, ਨਵਾਬ, ਤਲਾਕ, ਦੋਸਤ। ਠੀਕ ਹੈ, ਅੰਗਰੇਜ਼ੀ ਦੀ ਸ਼ਬਦਾਵਲੀ ਕੀ ਹੈ? ਬੱਸ, ਟਰੱਕ, ਸਕੂਲ, ਕੰਪਿਊਟਰ, ਇੰਜੀਨੀਅਰ। ਠੀਕ ਹੈ, ਡਾਕਟਰ, ਸਾਈਕਲ, ਸਕੂਟਰ। ਠੀਕ ਹੈ, ਇਹਨੂੰ ਰਹਿਣ ਦਿਓ। ਠੀਕ ਹੈ, ਉਸ ਤੋਂ ਬਾਅਦ ਆਪਾਂ ਦੇ ਤਤਭਵ। ਠੀਕ ਹੈ, ਜਦੋਂ ਕਿਸੇ, ਇਹ ਤਾਂ ਆਪਾਂ ਨੇ ਤਤਸਮ ਸ਼ਬਦ ਲਿਆ, ਹੁਣ ਆਪਾਂ ਨੇ ਤਤਸਮ ਸ਼ਬਦ ਸਮਝਿਆ, ਹੁਣ ਆਪਾਂ ਤਤਭਵ ਸਮਝਾਂਗੇ। ਜਦੋਂ ਕਿਸੇ ਸਰੋਤ ਭਾਸ਼ਾ ਵਿੱਚੋਂ ਲਏ ਗਏ ਸ਼ਬਦਾਂ ਨੂੰ ਆਪਣੀ ਭਾਸ਼ਾ ਦੀ ਧੁਨੀ ਯੁਕਤ ਅਨੁਸਾਰ ਢਾਲ ਲਿਆ ਜਾਵੇ। ਪਹਿਲੇ ਤਾਂ ਤਤਸਮ ਸੀ, ਜਿਵੇਂ ਹੈਗਾ ਸੀ ਉਵੇਂ ਹੀ ਸ਼ਬਦ ਸਵੀਕਾਰ ਕਰ ਲਿਆ, ਮਗਰ ਹੁਣ ਲੈ ਤਾਂ ਆਪਾਂ ਦੂਸਰੀ ਭਾਸ਼ਾ ਤੋਂ ਸਰੋਤ ਤਾਂ ਲੈ ਰਹੇ ਹਾਂ, ਮਗਰ ਉਸ ਨੂੰ ਅਸੀਂ ਆਪਣੀ ਭਾਸ਼ਾ ਦੀ ਧੁਨੀ ਯੁਕਤ ਅਨੁਸਾਰ ਢਾਲੀਏ। ਠੀਕ ਹੈ, ਆਪਣੀ ਭਾਸ਼ਾ ਦੇ ਹਿਸਾਬ ਸਿਰ ਢਾਲੀਏ। ਉਸ ਨੂੰ ਆਪਾਂ ਕੀ ਆਖਦੇ ਹਾਂ? ਉਹਨਾਂ ਸ਼ਬਦਾਂ ਦੇ ਰੂਪ ਅਤੇ ਉਚਾਰਨ ਵਿੱਚ ਬਦਲਾ ਲਿਆ ਜਾਵੇ ਤਾਂ ਉਸ ਨੂੰ ਆਪਾਂ ਤਤਭਵ ਸ਼ਬਦ ਆਖਦੇ ਹਾਂ। ਤਤਭਵ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ। ਠੀਕ ਹੈ, ਤਤਭਵ। ਠੀਕ ਹੈ, ਅਤੇ ਇੱਕ ਤਤਸਮ ਮਤਲਬ ਸੇਮ ਟੂ ਸੇਮ ਲੈ ਲਿਆ। ਜੇ ਆਪਣਾ ਕੌਨਸਟੀਟਿਊਸ਼ਨ ਹੈ, ਕੌਨਸਟੀਟਿਊਸ਼ਨ ਆਪਾਂ ਨੇ ਅਲੱਗ-ਅਲੱਗ ਥਾਵਾਂ ਤੋਂ ਬੋਰੋ ਕੀਤਾ ਹੈ, ਮਗਰ ਠੀਕ ਹੈ, ਮਗਰ ਅਸੀਂ ਜਿਹੜਾ ਆਪਣੇ ਕੌਨਸਟੀਟਿਊਸ਼ਨ ਅਲੱਗ-ਅਲੱਗ ਥਾਵਾਂ ਤੋਂ ਬੋਰੋ ਤਾਂ ਜ਼ਰੂਰ ਕੀਤਾ, ਮਗਰ ਉਸ ਨੂੰ ਆਪਣੀ ਡੈਮੋਕ੍ਰੇਸੀ, ਆਪਣੀ ਭਾਰਤ ਦੀ ਡੈਮੋਕ੍ਰੇਸੀ ਨੂੰ ਦੇਖਦੇ ਹੋਏ ਉਸ ਤੋਂ ਕੁਛ ਲੈ ਕੇ, ਉਸਦਾ ਮਿਕਸਚਰ ਲੈ ਕੇ ਆਪਾਂ ਨੇ ਉਸ ਨੂੰ ਗ੍ਰਹਿਣ ਕੀਤਾ। ਸੇਮ ਟੂ ਸੇਮ ਨਹੀਂ ਚੱਕ ਲਿਆ ਆਪਾਂ ਨੇ। ਠੀਕ ਹੈ ਨਾ? ਠੀਕ ਹੈ ਫਰੈਂਡਸ, ਤਾਂ ਇਸੇ ਤਰ੍ਹਾਂ ਉਸਦਾ ਮਤਲਬ ਵੀ ਇਹੀ ਹੋਇਆ ਕਿ ਤਤਭਵ ਕਿ ਜਿਹੜੇ ਆਪਾਂ ਨੇ ਲਿੱਤੇ ਤਾਂ ਹੈ, ਬੋਰੋ ਤਾਂ ਕੀਤੇ ਆਪਾਂ ਨੇ ਸ਼ਬਦ, ਮਗਰ ਉਸ ਨੂੰ ਆਪਣੀ ਸੰਸਕ੍ਰਿਤੀ, ਆਪਣੇ ਕਲਚਰ ਦੇ ਹਿਸਾਬ ਸਿਰ ਢਾਲਿਆ। ਠੀਕ ਹੈ, ਜਿਵੇਂ ਐਗਜ਼ਾਮਪਲ ਦੇਖਦੇ ਹਾਂ ਆਪਾਂ ਐਗਜ਼ਾਮਪਲ ਦੇਖਦੇ ਹਾਂ। ਜਿਵੇਂ ਸੰਸਕ੍ਰਿਤ 'ਚ ਕਿਹਾ ਜਾਂਦਾ ਹੈ ਲਕਸ਼ਮੀ, ਤਾਂ ਉਰੇ ਲక్ష్ਮੀ ਕਿਹਾ ਜਾਂਦਾ ਹੈ। ਠੀਕ ਹੈ, ਵਰਸ਼ਾ ਸੰਸਕ੍ਰਿਤ 'ਚ ਉਰੇ ਵਰਖਾ ਕਿਹਾ ਜਾਂਦਾ ਹੈ। ਮਾਤ ਪਿਤਾ ਉਰੇ ਮਾਪਿਓ ਕਿਹਾ ਜਾਂਦਾ ਹੈ। ਠੀਕ ਹੈ, ਫਾਰਸੀ 'ਚ ਵੀ ਦੇਖ ਲੈਂਦੇ ਆਪਾਂ ਕਿਹੜੇ ਸ਼ਬਦ ਨੇ। ਠੀਕ ਹੈ, ਸ਼ੈਤਾਨ ਫਾਰਸੀ 'ਚ ਕਿਹਾ ਜਾਂਦਾ, ਉਰੇ ਸ਼ੈਤਾਨ ਕਿਹਾ ਜਾਂਦਾ, ਉਰੇ ਸ਼ਹਾਦਤ ਕਿਹਾ ਜਾਂਦਾ ਹੈ ਫਾਰਸੀ 'ਚ, ਉਰੇ ਸ਼ਹੀਦ ਕਿਹਾ ਜਾਂਦਾ। ਅੰਗਰੇਜ਼ੀ 'ਚ ਦੇਖ ਲੈਂਦੇ ਹਾਂ, ਉਰੇ ਕੈਪਟਨ ਕਿਹਾ ਜਾਂਦਾ ਅੰਗਰੇਜ਼ੀ ਵਿੱਚ। ਪੰਜਾਬੀ 'ਚ ਆਪਾਂ ਕਿਵੇਂ ਢਾਲ ਲਾਂਗੇ? ਕਪਤਾਨ ਢਾਲ ਲਾਂਗੇ। ਰਿਪੋਰਟ ਕਿਹਾ ਜਾਂਦਾ, ਉਰੇ ਰਪਟ ਕਵਾਂਗੇ ਆਪਾਂ। ਪਰਸੈਂਟੇਜ ਕਿਹਾ ਜਾਂਦਾ, ਉਰੇ ਪ੍ਰਤੀਸ਼ਤ ਕਹਿੰਦੇ ਆਪਾਂ ਪੰਜਾਬੀ ਵਿੱਚ। ਠੀਕ ਹੈ, ਇਹ ਆਪਾਂ ਨੇ ਆਪਣੀ ਧੁਨੀ ਯੁਕਤ ਅਨੁਸਾਰ ਢਾਲ ਲਏ। ਠੀਕ ਹੈ ਨਾ? ਉਸਦਾ ਇਸ ਨੂੰ ਕੀ ਕਹਿੰਦੇ ਆਪਾਂ? ਤਤਭਵ ਸ਼ਬਦ। ਠੀਕ ਹੈ, ਹੁਣ ਆ ਗਏ ਦੇਸੀ ਸ਼ਬਦ। ਆਪਾਂ ਸੋਮੇ ਪੜ੍ਹ ਰਹੇ ਹਾਂ, ਸੋਮੇ। ਠੀਕ ਹੈ, ਸੋਮੇ ਪੜ੍ਹ ਰਹੇ, ਪੰਜਾਬੀ ਭਾਸ਼ਾ ਦੀ ਰਚਨਾ ਦੇ ਸੋਮੇ ਪੜ੍ਹ ਰਹੇ ਆਪਾਂ। ਇਹ ਸ਼ਬਦਾਵਲੀ ਵਿਰਸੇ ਵਿੱਚੋਂ ਆਉਂਦੀ ਹੈ ਅਤੇ ਇਹ ਬੋਲਣ ਵਾਲਿਆਂ ਦੇ ਆਪਣੇ ਹੁਨਰ, ਪ੍ਰਤਿਭਾ ਦਾ ਸਿੱਟਾ ਹੁੰਦਾ ਹੈ। ਅਜਿਹੇ ਸ਼ਬਦਾਂ ਵਿੱਚ ਵੱਖ-ਵੱਖ ਉਪਭਾਸ਼ਾਵਾਂ ਵਿੱਚੋਂ ਆ ਕੇ ਰਲਦੇ ਹਨ, ਜਿਵੇਂ ਕਿ ਭਰਾ, ਖਲੋਤਾ, ਖੜਾ, ਬਾਈ, ਭਰਾ, ਲਵੇ, ਕੋਲ। ਠੀਕ ਹੈ, ਤੁਹਾਨੂੰ, ਤੁਹਾਨੂੰ।
ठीक है, आखण, ठीक है, शाम, हवेली, तबेला, बुढ़ी, घरवाली, पे, घ्यो, प्यो, के, घ्यो, ठीक है। इन्हों आप कहने आप देसी शब्द कह दें। आप भरा नूं भा कहता, खड़ा नूं खलोता कहता, भरा नूं बाई कहता, ठीक है। हुण अगला देखते हैं आप। अगला सोम है साडा चौथा सोम है अनुकरण शब्द। अजिहे शब्द जिन्हों किसी एक धुनी के दोहराओ नाल सिरजा जाता है, किसी एक धुनी के दोहराओ नाल सिरजा जाता है, उन्होंने अनुकरण शब्दा का नाम दिता गया है, जिमें थां थां, ठा ठा, वार वार, ठीक है। इन्हों की कहने आप इक्को ही धुनी है, उसनों दोहराओ नाल उसनों सिरजा जा रहा है। थां थां, थां थां दोहराया जा रहा है, ठीक है। ठा ठा दोहराया जा रहा है, वार वार दोहराया जा रहा है, ठीक है फ्रेंड्स। हुण आपां ने अज सोमे पढ़े हैं, ठीक है। सोमे पढ़े आपां पंजाबी दे ते एक विधियां पढ़ी हैं, ठीक है ना। ये तुहानूं कित्थे भी काम आ सकदी हैं, ठीक है। PCS विच भी काम आ सकदी हैं, ठीक है। कोई वड्डे एग्जाम दे रहे हो उस विच भी जे तुहानूं कोई ऑप्शनल लिता है उस विच भी काम आ सकदी हैं, ठीक है। कित्थे भी काम आ सकदा, तुहानूं पता होना जरूरी है, ठीक है। परसनैलिटी जे आप पंजाबी ग्रामर पढ़ रहे हैं तो आप प्योर पढ़िए, ठीक है, ठीक है ना। वो मैं तुहानूं समझाना चाहना और, ठीक है फ्रेंड्स। हुण आपां कुछ MCQs कर लीए। हुण आपां कुछ MCQs करांगे, ठीक है। पहला MCQ है आ ई ऊ ए ओ की हन दसो। लघु स्वर, व्यंजन, दीर्घ स्वर, अनुनासिक। ये होणगे दीर्घ स्वर, ठीक है फ्रेंड्स। किसी भाषा नूं, किसी भाषा का पहरावा, किसनूं भाषा का पहरावा किया जाता है, सॉरी, किसनूं भाषा का पहरावा किया जाता है, वर्णमाला नूं, ठीक है, लगा मात्रा नूं, लिपि नूं, या कोई नहीं। भाषा का पहरावा किनूं किया जाता है दसो। ये कहांगे आपां लिपि नूं, ठीक है फ्रेंड्स। भाषा दीयां धुनियां नूं लिखित रूप विच अंकित किए गए चिन्हां दे समूह, मेरे नाल पढ़िओ, चिन्हां दे समूह नूं की किया जाता है। भाषा दीयां धुनियां नूं लिखित रूप विच अंकित किए गए चिन्हां दे समूह नूं की किया जाता है। लिपि, धुनी बोध, वर्णमाला, वर्णबोध, दसो। ये आपां कहांगे लिपि, ठीक है फ्रेंड्स। पंजाबी वर्णमाला की नवीन टोली के अखर किहड़ा भाषा विच ले गए हैं, किहड़ी भाषा विच ले गए हैं। पंजाबी वर्णमाला की नवीन टोली के अखर, नवीन टोली तुहानूं समझाया सी ना मैं, वो सोच रहे हो दसो मैनूं जिहड़े उहदे अखर ने किहड़ी भाषा विच ले गए हैं। उर्दू, देवनागरी, फारसी, ईरानी, ये ले गए हैं फारसी विच ले गए हैं, ठीक है। पंजाबी भाषा नूं लिखण लई किहड़ी लिपि की लोड़ हुंदी है। पंजाबी भाषा नूं लिखण लई किहड़ी लिपि की लोड़ हुंदी है। सिंधी, गुरमुखी, शाहपुरी, देवनागरी। यह होएगा गुरमुखी, ठीक है। पंजाबी वर्णमाला दे कुल किन्ने अखर पैरां विच लिखे जांदे हन दसो। 4, 5, 3, 8। ये है 3 अखर लिखे जाते हैं। तुसीं मैनूं कमेंट दसो किहड़े किहड़े अखर हैं, ठीक है। गुरमुखी में स्वर धुनियां की गिणती कितनी है। गुरमुखी में स्वर धुनियां की गिणती कितनी है। 8, 3, 10, 4। इदा आंसर तुसीं मैनूं कमेंट सैक्शन च देना, ठीक है। अगला क्वेश्चन है गुरमुखी लिपि विच किन्ने अखर दुत्त अखर हैं। तुहानूं मैं दस्से सी दुत्त अखर, तो तुसीं मैनूं दसो किन्ने हैं। 3 हैं, 4 हैं, 10 हैं, 5 हैं। है 4 हैं। तुसीं मैनूं दसने 4 किहड़े किहड़े हैं, ठीक है। नाव दीयां कुल किस्मां किन्नियां हुंदियां हैं। 4, 8, 6, 5।
ਇਹ ਹੁੰਦੀਆਂ ਹਨ 5 ਹੁੰਦੀਆਂ ਹਨ। ठीक है, अगला क्वेश्चन है नाव का रूपांतरण किन्ने प्रकार का हुंदा है? 2, 3, 5, 4। यह हुंदा है 3 तरह का। ठीक है, अगला क्वेश्चन है गुरमुखी गर्मी सर्दी धुप छां पंजाबी व्याकरण के शब्द भेद के किहड़े प्रकार हैं? दसो। गर्मी सर्दी धुप छां ये पंजाबी व्याकरण के किहड़े शब्द हैं? दसो। पड़नाव के शब्द हैं, नाव के हैं, कारक के हैं, विशेषण के हैं। किहड़े प्रकार च आउणगे? इसदा आंसर आ जाएगा नाव आ जाएगा। ठीक है, वाक विच जिहड़ा शब्द किसी नाव की जगह वरत्या जावे उहनूं आपां की अखवाउने आ? नाव की थां ते वरत्या जांदा की अखवाउंदे? अगे पढ़िया आपां ने वो आपां आखदे हां की आखदे हां पड़नाव आखदे हां। ठीक है, ठीक है फ्रेंड्स, अज आपने किन्ने क्वेश्चन देखे हैं? किन्ने क्वेश्चन देखे आपने घट्टो घट 10 को क्वेश्चन देखे हैं। ठीक है, 10-11 क्वेश्चन। ठीक है, इवें आप नाल MCQs देखते जावांगे। ठीक है, तुहाडी नाल पड़नाव की भी तैयारी हो रही है। ठीक है, ग्रामर की भी तैयारी हो रही है। ठीक है, जिवें ना पड़नाव कर रहे हैं उहदे आप सारे पार्ट करांगे, फिर आप होर भी करांगे सारा कुछ। ठीक है, तो नाल आपां तुहाडी परसनैलिटी डेवलपमेंट भी हो रही है, तुहानूं एडिशनल इन्फॉर्मेशन पता लग रही है, पंजाबी लिटरेचर बारे पता लग रहा है। ठीक है, पता लग रहा ना तुहानूं, ग्रामर बारे पता लग रहा होर, ते नाल MCQs की तैयारी हो रही है। ठीक है फ्रेंड्स, तुहानूं मैं तिन्नां चीज़ां की तैयारी करा रहा। ठीक है, सारे अपने एग्जाम्स लिए है, कल्ले पटवारी नहीं, किसी भी एग्जाम लिए। ठीक है, तो फिर मैनूं उम्मीद है कि तुसीं इहनूं वध तों वध शेयर करोगे, तुसीं दसोगे अपने बच्चों नूं, सॉरी अपने फ्रेंड्स नूं, कि अपने कलीग्स नूं दसोगे कि तुसीं मतलब उहदे ज्वाइन करो, क्योंकि ऐसी इन्फॉर्मेशन हरेक कोई नहीं दिंदा। ठीक है, जो मैं तुहानूं प्रोवाइड करा रहा। ठीक है, ठीक है फ्रेंड, जो मेरे टीचर ने मैंने सिखाया वही मैं तुहानूं अग्गों सिखा रहा। ठीक है ना, नॉलेज एक ऐसी चीज़ है कि हरेक नूं वंडनी चाहिए है, ज्ञान वंडांगे तो वधदा है। ठीक है ना, अपने को रख के कोई फायदा नहीं हुंदा, वंडो उसनूं। ठीक है, सो जे तुहानूं मेरा लैक्चर अच्छा लग्या होवे कृपा करके लाइक करियो। ठीक है, शेयर करियो। ठीक है, जे कोई प्रॉब्लम आवे तो कमेंट करियो। ठीक है, ओके, थैंक यू।